ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਤਰਨਦੀਪ ਕੌਰ ਹੈ ਤੇ ਮੈਂ ਇੱਕ ਪੇਸ਼ੇ ਤੋਂ ਟੀਚਰ ਹਾਂ। ਤੇ ਸਾਡੇ ਘਰ ਦਾ ਕੇਸ ਜੋ ਕਿ ਸਾਰਿਆਂ ਦੇ ਵਿੱਚ ਅੱਜਕੱਲ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੇਰੇ ਖਿਆਲ ਨਾਲ ਘਰ ਦੁਨੀਆ ਵਿੱਚ ਉਹ ਕੋਈ ਘਰ ਨਹੀਂ ਜਿੱਥੇ ਲੜਾਈ ਨਾ ਹੁੰਦੀ ਹੋਵੇ, ਪਰ ਸਾਡੇ ਘਰ ਦਾ ਵਿਸ਼ਾ ਜ਼ਿਆਦਾ ਵੱਡਾ ਹੋ ਗਿਆ ਹੈ ਤੇ ਚਰਚਾ ਦਾ ਵਿਸ਼ਾ ਜ਼ਰੂਰਤ ਤੋਂ ਜ਼ਿਆਦਾ ਵੱਧ ਗਿਆ। ਸਾਡੇ ਘਰ ਵਿੱਚ ਮੇਰੇ ਹਸਬੈਂਡ, ਮੈਂ, ਮੇਰੀ ਬੇਟੀ, ਮੇਰਾ ਬੇਟਾ, ਮੇਰੇ ਮਦਰ ਇਨ ਲਾ, ਮੇਰੀ ਜਠਾਣੀ ਹੋਰੀ ਸਾਰੇ ਅਸੀਂ ਰਹਿੰਦੇ ਹਾਂ। ਪਰ ਹੁਣ 2021 ਵਿੱਚ ਮੇਰੇ ਫਾਦਰ ਇਨ ਲਾ ਮੇਰੇ ਜੇਠ ਸਾਹਿਬ ਨੂੰ, ਕਿਉਂਕਿ ਉਹਨਾਂ ਦਾ ਬਹੁਤ ਬੁਰਾ ਵਿਵਹਾਰ ਸੀਗਾ ਮੇਰੇ ਫਾਦਰ ਇਨ ਲਾ ਤੇ ਮਦਰ ਇਨ ਲਾ, ਉਹਨਾਂ ਨੂੰ ਮਾਰ ਕੁਟਾਈ ਕਰਦੇ ਸੀ ਤੇ ਇਸ ਤਰ੍ਹਾਂ ਕੀਤਾ ਕਿ ਉਹਨਾਂ ਨੂੰ ਫਾਰਗਤੀ ਦੇ ਗਏ। ਜਿਸ ਕਾਰਨ ਕੀ ਹੋਇਆ ਕਿ 2021 ਦੀ ਫਾਰਗਤੀ ਦਿੱਤੀ ਸੀ, ਪਰ ਉਹ 2001 ਵਿੱਚ ਫਾਰਗਤੀ ਦਿੱਤੀ ਸੀ, ਪਰ ਇਹ ਹੋਇਆ ਕਿ ਉਹ ਕਬਜ਼ੇ ਦੀ ਤਰ੍ਹਾਂ ਨਾਲ ਰਹਿ ਰਹੇ ਸਨ ਘਰ ਵਿੱਚ, ਜ਼ੋਰ ਜ਼ਬਰਦਸਤੀ ਨਾਲ। ਗੁਰਕਰਨ, ਉਹਦੀ ਮਦਰ, ਉਹਦੇ ਫਾਦਰ ਤੇ ਸਿਸਟਰ। ਫਿਰ ਉਹਦੀ ਸਿਸਟਰ ਦੀ ਸ਼ਾਦੀ ਹੋਈ, ਮੇਰੇ ਫਾਦਰ ਮਦਰ ਇਨ ਲਾ ਨੂੰ ਉਹਨਾਂ ਨੇ ਬੁਲਾਇਆ ਵੀ ਨਹੀਂ। ਘਰ ਉੱਪਰ ਲੇਡੀ ਸੰਗੀਤ ਹੋਇਆ, ਫੰਕਸ਼ਨਸ ਦੂਸਰੇ ਹੋਏ, ਪਰ ਕਿਸੇ ਨੂੰ ਉਹਨਾਂ ਨੇ ਨਹੀਂ ਬੁਲਾਇਆ, ਜਦ ਕਿ ਮੰਮੀ ਦਾਰ ਜੀ ਦੋਨਾਂ 'ਚੋਂ ਕੋਈ ਵੀ ਨਹੀਂ ਗਿਆ। ਉਸ ਤੋਂ ਬਾਅਦ ਕੀ ਹੋਇਆ ਕਿ 2017 ਵਿੱਚ ਮੇਰੇ ਫਾਦਰ ਇਨ ਲਾ ਨੇ ਇੱਕ ਰਜਿਸਟਰਡ ਵਿਲ ਕੀਤੀ ਜੋ ਕਿ ਕਿਸੇ ਨੂੰ ਨਹੀਂ ਸੀ ਪਤਾ। ਔਰ 2020 ਵਿੱਚ, ਕਿਉਂਕਿ ਵਿਲ ਹਮੇਸ਼ਾ ਕੌਨਫੀਡੈਂਸ਼ੀਅਲ ਹੁੰਦੀ ਹੈ ਤੇ ਆਪਣੇ ਸੇਫ ਜਗ੍ਹਾ 'ਤੇ ਹਰ ਕੋਈ ਰੱਖਦਾ ਹੈ। 2020 ਵਿੱਚ ਜਦੋਂ ਮੇਰੇ ਫਾਦਰ ਇਨ ਲਾ ਦੀ ਡੈਥ ਹੋਈ ਤੇ ਉਹਨਾਂ ਨੇ ਵਿਲ ਖੁੱਲ੍ਹੀ ਤੇ ਉਹਦੇ ਵਿੱਚ ਉਹਨਾਂ ਨੇ ਮੇਰੇ ਜੇਠ ਸਾਹਿਬ ਨੂੰ, ਜੁਇਰਾਂ ਨੂੰ, ਕਿ ਪਹਿਲੇ ਹੀ ਫਾਰਗਤੀ ਕਰ ਦੇ ਚੁੱਕੇ ਸਨ ਸਾਰੇ ਪਰਿਵਾਰ ਨੂੰ, ਕਿਉਂਕਿ ਗੁਰਕਰਨ, ਉਹਦੀ ਮਦਰ, ਉਹਦੇ ਫਾਦਰ ਦਾ ਮੇਰੇ ਫਾਦਰ ਮਦਰ ਇਨ ਲਾ ਨਾਲ ਬਹੁਤ ਬੁਰਾ ਵਿਵਹਾਰ ਸੀ। ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਦੱਸਿਆ, ਮਾਰ ਕੁਟਾਈ ਕਰਦੇ ਸਨ ਤੇ ਤੰਗ ਕਰਦੇ ਸਨ। ਇਸ ਕਰਕੇ ਉਹ ਲੜਨ ਸ਼ੁਰੂ ਹੋ ਗਿਆ। ਉਸਨੇ ਸਾਡੇ 'ਤੇ ਕੇਸਿਸ ਕਰ ਦਿੱਤੇ, ਸਿਵਲ ਸੂਟ ਪਾ ਦਿੱਤਾ। ਬਟ ਜਦੋਂ ਅਸੀਂ ਕੇਸ ਦੀ ਤਰੀਕ ਭੁਗਤਣ ਕੋਰਟ ਵਿੱਚ ਗਏ ਹਾਂ ਤੇ ਉੱਥੇ ਉਹਨੇ ਮੇਰੀ ਬੇਟੀ ਨੂੰ ਤੇ ਹੱਥ ਚੁੱਕ ਦਿੱਤਾ, ਉਹਨੂੰ ਮਾਰਿਆ। ਔਰ ਪ੍ਰਸ਼ਾਸਨ ਨੇ ਇੰਸਟੈਡ ਆਫ ਸਾਡੀ ਸੁਣਵਾਈ ਕਰਨ ਦੀ ਬਜਾਏ ਉਹਦੀ ਹੀ ਸੁਣਵਾਈ ਕੀਤੀ ਬਿਕੋਜ਼ ਆਫ ਪੋਲੀਟੀਕਲ ਪ੍ਰੈਸ਼ਰ, ਤੇ ਉਹ ਸਾਡੇ 'ਤੇ ਹੀ ਪਰਚਾ ਕਟਾ ਦਿੱਤਾ। ਮੈਂ ਮਾਮਲਾ ਕੀ ਰਾਣੀ ਕਾ ਬਾਗ ਦਾ ਮਾਮਲਾ ਜਿਹਦੇ ਰਿਗਾਰਡਿੰਗ ਤੌਰ ਤੇ ਪਰਚੇ ਹੋਏ ਸੀ, ਕੇਸ ਹੋਈ ਸੀ, ਉਹ ਕੀ ਮਾਮਲਾ ਹੈ ਸਰ? ਇਸ ਤਰ੍ਹਾਂ ਕਿ ਜਦੋਂ ਕਿਸੇ ਦੇ ਘਰ ਦੀ ਲੜਾਈ ਸੀਗੀ ਤੇ ਮੀਨੂ ਸਹਿਗਲ ਉੱਥੇ ਉਹਨਾਂ ਦਾ ਰਾਜ਼ੀਨਾਮਾ ਕਰਾਉਣ ਗਏ। ਉਹ ਰਾਜ਼ੀਨਾਮਾ ਕਿਸ ਦੇ ਘਰ ਦੀ ਲੜਾਈ ਸੀ? ਸਾਡੀ ਕਾਲਨੀ ਵਿੱਚ ਹੀ ਕਿਸੇ ਦੇ ਘਰ ਦੀ ਲੜਾਈ ਸੀ ਤੇ ਉਹਨਾਂ ਦੇ ਘਰ ਦਾ ਰਾਜ਼ੀਨਾਮਾ ਕਰਾਉਣ ਗਏ ਤਾਂ ਉੱਥੋਂ ਇਹ ਉੱਠ ਕੇ ਮੇਰੇ ਵੱਲ ਆ ਗਏ ਕਿ ਚਲੋ ਚਾਹ ਪਾਣੀ ਉੱਧਰ ਪੀਂਦੇ ਹਾਂ। ਤੇ ਨਾਲ ਉਹ ਜੋ ਲੋਕ ਸਨ ਸਾਰੇ ਰਾਜ਼ੀਨਾਮਾ ਵਾਲੇ, ਉਹ ਵੀ ਸਾਡੇ ਘਰ ਆ ਗਏ ਤੇ ਮੀਨੂ ਸਹਿਗਲ ਮੈਡਮ ਨੇ ਮੈਨੂੰ ਕਿਹਾ ਕਿ ਚਲੋ ਤੁਹਾਡੇ ਘਰ ਚਾਹ ਪੀਂਦੇ ਹਾਂ। ਮੈਂ ਕਿਹਾ ਠੀਕ ਹੈ, ਆ ਜਾਓ, ਐਂਡ ਗੈਸਟ ਆਰ ਆਲਵੇਜ਼ ਵੈਲਕਮ। ਤੇ ਪਰ ਇਹਨੇ ਆਂਦਿਆਂ ਮੀਨੂ ਸਹਿਗਲ ਨੂੰ ਦੇਖ ਕੇ ਤੇ ਉਹਦੇ ਤੇ ਹੱਥ ਚੁੱਕ ਦਿੱਤਾ। ਗੁਰਕਰਨ ਸਿੰਘ ਸਚਦੇਵਾ ਨੇ ਉੱਪਰੋਂ ਹਾਕੀ ਲੈ ਕੇ ਆਇਆ ਔਰ ਇਹਨੇ ਆ ਕੇ ਹੱਥ ਚੁੱਕ ਦਿੱਤਾ। ਕੋਈ ਕਾਰਨ ਤਾਂ ਹੋਏਗਾ? ਬਸ ਇਹ ਕਿਉਂਕਿ ਉਹ ਸਾਡੀ ਮਦਦ ਕਰਦੇ ਨੇ ਹਰ ਚੀਜ਼ ਵਾਸਤੇ, ਹਰ ਗੱਲ ਤੇ ਉਹ ਸਾਡੀ ਮਦਦ ਕਰਦੇ ਨੇ। ਜਿੱਥੇ ਵੀ ਕੋਈ, ਜਿਵੇਂ ਮੇਰੀ ਬੇਟੀ ਨੂੰ ਮਾਰਿਆ, ਉਹਨੂੰ ਹਸਪੀਟਲ ਲੈ ਕੇ ਜਾਣਾ, ਸਾਡੀ ਕੰਪਲੇਂਟ ਥਾਣੇ ਵਿੱਚ ਸੁਣਵਾਈ ਕਰਾਣੀ, ਹਰ ਚੀਜ਼ ਵਾਸਤੇ ਉਹਨਾਂ ਨੇ ਸਾਨੂੰ ਆਪਣੇ ਕੋਲ ਰੱਖਿਆ, ਆਪਣੇ ਘਰ ਵਿੱਚ ਰੱਖਿਆ। ਤੇ ਉਹ ਉਹਨਾਂ ਨੂੰ ਲੱਗਦਾ ਕਿ ਇਹ ਸ਼ਾਇਦ ਸਾਡੀ ਦੁਸ਼ਮਣ ਹੈ। ਕਿਉਂ ਇੱਕ ਲੇਡੀ ਦੀ ਮਦਦ ਨਹੀਂ ਕਰ ਸਕਦੀ? ਮੇਰੀ ਇਹ ਪਿਛਲੇ 25 ਸਾਲਾਂ ਤੋਂ ਫਰੈਂਡ ਹੈ ਔਰ ਬਹੁਤ ਕਲੋਜ਼ ਫਰੈਂਡ ਹੈ। ਮੇਰੀ ਆਪਣੀ ਸਿਸਟਰ ਨਾਲੋਂ ਜ਼ਿਆਦਾ ਹੈ ਮੇਰੀ ਕਲੋਜ਼। ਮੈਂ ਹਰ ਦੁੱਖ ਸੁੱਖ ਵਿੱਚ ਇਹਦੇ ਨਾਲ ਹੁੰਦੀ ਹਾਂ ਔਰ ਇਹ ਮੇਰੇ ਨਾਲ ਹੁੰਦੀ ਹੈ। ਇਹ ਹਰ ਜਗ੍ਹਾ ਤੇ ਮੇਰੇ ਨਾਲ ਇੱਕ ਜਿਹਨੂੰ ਕਹਿੰਦੇ ਨਾ ਪਿਲਰ, ਐਜ਼ ਅ ਪਿਲਰ ਮੇਰੇ ਨਾਲ ਖੜੀ। ਮਤਲਬ ਇਹ ਨਹੀਂ ਕਿ ਕਿੱਥੇ ਸੇਵ ਕਰਨਾ ਹੋਏ, ਮੀਨੂ ਸਹਿਗਲ ਦਾ ਹਸਬੈਂਡ, ਬੇਟਾ ਸੇਵ ਕਰਦਾ ਸਾਨੂੰ ਕਿ ਨਹੀਂ ਬਈ ਇਹਨਾਂ ਨੂੰ ਕੋਈ ਆਂਚ ਨਾ ਆਏ, ਕਿਤੇ ਅਸੀਂ ਇਕੱਲੇ ਨਹੀਂ ਜਾਣ ਦਿੰਦੇ, ਬਈ ਕੋਈ ਤੰਗ ਨਾ ਕਰੇ, ਕੋਈ ਰਸਤੇ ਵਿੱਚ ਕੁਝ ਹੋ ਨਾ ਜਾਏ। ਅਸੀਂ ਬੇਟੀ ਨਾਲ ਕੀ ਝਗੜਾ ਸੀ ਉਹਦਾ? ਮੇਰੀ ਬੇਟੀ ਨਾਲ ਇਹੀ ਝਗੜਾ ਹੈ ਕਿ ਉਹ ਬਈ ਮਾਂ ਪਿਓ ਦਾ ਸਾਥ ਦੇ ਰਹੀ ਹੈ ਕਿ ਤੁਸੀਂ ਕਿਉਂ ਨਿਕਲੋ ਕਰੋ, ਜਦ ਕਿ ਸਾਰੀ ਜੋ ਰਜਿਸਟਰੀ ਹੈ ਮੇਰੇ ਹਸਬੈਂਡ ਦੇ ਨਾਮ ਤੇ ਹੈ, ਸਾਰਾ ਕੁਝ ਮੇਰੇ ਹਸਬੈਂਡ ਦੇ ਨਾਮ ਤੇ ਹੈ ਔਰ ਰਜਿਸਟਰਡ ਵਿਲ ਹੈ। 2017 ਵਿੱਚ ਰਜਿਸਟਰ ਹੋਈ ਵਿਲ ਹੈ, ਤਾਂ ਵੀ ਉਹ ਇੰਨਾ ਜ਼ਿਆਦਾ ਤੰਗ ਕਰਦਾ ਹੈ ਕਿ ਅਸੀਂ ਪਰੇਸ਼ਾਨ ਹੋ ਗਏ ਹਾਂ। ਅੱਜ ਕਦੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਸਰ, ਕਿਉਂਕਿ ਸਾਡੇ ਬਾਰੇ ਬਹੁਤ ਜ਼ਿਆਦਾ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਕਿ ਇਹ ਅਰੈਸਟ ਹੋ ਗਏ ਨੇ। ਕਿਉਂ ਅਰੈਸਟ ਹੋ ਗਏ ਹਨ ਜੀ? ਅਸੀਂ ਕੋਈ ਕਤਲ ਥੋੜੀ ਕੀਤੇ ਨੇ। ਅਸੀਂ ਕੀ ਕੀਤਾ? ਸਾਡਾ ਕਸੂਰ ਕੀ ਹੈ? ਮੈਨੂੰ ਸਿਰਫ ਇਸ ਚੀਜ਼ ਦਾ ਇੱਕ ਚੀਜ਼ ਦੱਸੀ ਜਾਏ। ਐਫਆਈਆਰ ਕਾਹਦੀ ਦਰਜ ਕੀਤੀ ਗਈ? ਸਾਡੇ ਤੇ ਐਫਆਈਆਰ ਕੀਤੀ ਗਈ ਕਿ ਬਈ ਇਹ ਲੜਨ ਝਗੜਨ ਆਏ ਨੇ।
ਝੂਠ ਬੋਲਿਆ ਗਿਆ ਕਿ ਇਹ ਥੱਲੇ ਰਹਿ ਮੈਂ ਥੱਲੇ ਰਹਿਣਾ ਹੈ ਉੱਪਰ ਰਹਿਣਾ, ਜਦ ਕਿ ਮੇਰੀ ਸ਼ਾਦੀ ਨੂੰ 29 ਸਾਲ ਹੋ ਗਏ ਨੇ ਔਰ ਮੇਰੀ ਸ਼ਾਦੀ ਤੋਂ ਪਹਿਲੇ ਦੇ ਇਹ ਸੈਪਰੇਟ ਰਹਿੰਦੇ ਨੇ, ਉੱਪਰ ਰਹਿੰਦੇ ਨੇ। ਐਂਡ ਉੱਪਰੋਂ ਨੀਚੇ ਲੜਨ ਆਇਆ ਔਰ ਆ ਕੇ ਲੜ ਕੇ ਔਰ ਪ੍ਰਸ਼ਾਸਨ ਨੇ ਪਤਾ ਨਹੀਂ ਕੀ ਕੀਤਾ ਹੈ ਕਿ ਪੁਲਿਸ ਨੇ ਸਾਡੇ ਅਗੇਂਸਟ ਹੀ ਪਰਚਾ ਦੇ ਦਿੱਤਾ। ਪੁਲਿਸ ਨੂੰ ਇਹਨਾਂ ਨੇ ਮਿਸਗਾਈਡ ਮਿਸਗਾਈਡ ਕੀਤਾ ਉਹਨੂੰ, ਔਰ ਪੁਲਿਸ ਇੱਕ ਨੂੰ। ਉਹਨਾਂ ਨੇ ਪਰਚਾ ਦਰਜ ਕਰਾਤਾ। ਸਮਝਦੇ ਮਿਸਗਾਈਡ ਕਰ ਸਕਦੇ ਆ ਜਾਂਚ। ਦੇਖੋ ਇਹਨੇ 50% ਦੀ ਵੀਡੀਓ ਦਿਖਾਈ, 100% ਵੀਡੀਓ ਨਹੀਂ ਦਿਖਾਈ। ਇਹਨੇ ਸਾਰਿਆਂ ਨੂੰ ਮਿਸਗਾਈਡ ਕਰਕੇ ਸਿਰਫ ਉਹੀ ਵੀਡੀਓ ਦਿਖਾਈ ਜਿਹਦੇ ਚ ਇਹ ਸਹੀ ਸੀਗਾ। ਇੱਕ ਜੋ ਲੋਕ ਉੱਥੇ ਮੌਜੂਦ ਨਹੀਂ ਨੇ ਉਹਨਾਂ ਤੇ ਵੀ ਪਰਚੇ ਕੱਟੇ ਗਏ। ਦੇਖੋ ਦੀਪਕ ਸਹਿਗਲ ਭਈਆ ਉੱਥੇ ਮੌਜੂਦ ਨਹੀਂ ਸਨ, ਮੇਰੇ ਹਸਬੰਡ ਮੈਸੂਰ ਬੈਠੇ ਨੇ, ਉਹਨਾਂ ਤੇ ਪਰਚਾ ਕੱਟਿਆ ਗਿਆ। ਉਸ ਟਾਈਮ ਤੇ ਅਸੀਂ ਬਹੁਤ ਜ਼ਿਆਦਾ ਪਜ਼ਲ ਹੋ ਗਏ। ਅਸੀਂ ਉਸ ਟਾਈਮ ਤੇ ਇਨਕੁਆਇਰੀ ਲਵਾਈ। ਹਾਂਜੀ ਹਾਂਜੀ ਅਸੀਂ ਇਨਕੁਆਇਰੀ ਲਗਵਾਈ। ਅੱਜ ਇਸ ਲਈ ਅਸੀਂ ਸਾਰੇ ਇਕੱਠੇ ਹੋਏ ਆ ਕਿ ਅਸੀਂ ਬਿਊਰੋ ਆਫ ਇਨਵੈਸਟੀਗੇਸ਼ਨ, ਇੱਕ ਇਨਕੁਆਇਰੀ ਸਾਡੀ ਅੰਮ੍ਰਿਤਸਰ ਚੱਲ ਰਹੀ ਸੀ ਕਿਸੇ ਡੀਸੀਪੀ ਸਾਹਿਬ ਕੋਲ, ਜੋ ਕਿ ਇਨਕੁਆਇਰੀ ਸਾਨੂੰ ਲੱਗਾ ਕਿ ਉਹ ਕਿਸੇ ਪੋਲੀਟੀਕਲ ਪ੍ਰੈਸ਼ਰ ਦੇ ਵਿੱਚ ਫੇਅਰ ਨਹੀਂ ਚੱਲ ਰਹੀ। ਇਸ ਕਰਕੇ ਅਸੀਂ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ, ਜੋ ਕਿ ਉਸ ਟਾਈਮ ਦੇ ਐਸਕੇ ਅਸਥਾਨਾ ਜੀ ਸੀਗੇ, ਅਸੀਂ ਉਹਨਾਂ ਨੂੰ ਆਪਣੀ ਸਾਰੀ ਇਹ ਦੱਸ ਕੇ ਇੱਕ ਅਰਜੀ ਦਿੱਤੀ ਸੀਗੀ ਕਿ ਸਾਡੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਤੋਂ ਚੁੱਕ ਕੇ ਕਿਤੇ ਹੋਰ ਲਾਈ ਜਾਵੇ, ਇਨਵੈਸਟੀਗੇਸ਼ਨ ਕੀਤੀ ਜਾਵੇ ਸਾਡੇ ਕੇਸ ਦੇ ਵਿੱਚ, ਕਿ ਅਸੀਂ ਲੜਨ ਝਗੜਨ ਦੇ ਮਨਸ਼ਾ ਦੇ ਨਾਲ ਨਹੀਂ ਗਏ ਸੀਗੇ। ਅਸੀਂ ਸਿਰਫ ਉੱਥੇ ਨਾਰਮਲੀ ਬੈਠੇ ਕਿਉਂਕਿ ਅਸੀਂ ਉੱਥੇ ਜਾਈਦਾ ਵੈ ਤੇ ਇਹ ਬੰਦਾ ਲੜਨ ਆਇਆ। ਇਸ ਕਰਕੇ ਉਹਨਾਂ ਨੇ ਸਾਡੀ ਇਨਕੁਆਇਰੀ ਜਲੰਧਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਲਗਾ ਦਿੱਤੀ। ਉਹ ਇਨਕੁਆਇਰੀ ਦੇ ਵਿੱਚ ਸਾਨੂੰ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਸਾਡੇ ਤੇ ਕਾਫੀ ਸਾਰੇ ਧਾਰਾ, ਇਹਨਾਂ ਨੇ ਸਾਡੇ ਤੇ 10 ਧਾਰਾ ਲਾਈਆਂ ਸੀਗੀਆਂ, ਜਿਹਦੇ ਵਿੱਚ ਸਾਰੀਆਂ ਨਾਨ ਅਵੇਲੇਬਲ ਅਫੈਂਸ ਲਾਏ ਸੀ। 295 ਲਗਾ ਦਿੱਤੀ। ਮੁੰਡਾ ਮਤਲਬ ਪੱਗ ਵੀ ਨਹੀਂ ਬੰਨਦਾ, ਸਿਰਫ ਦਿਖਾਵੇ ਵਾਸਤੇ ਪੱਗ ਬੰਦਾ, ਮੁੰਡਾ ਕਟਿੰਗ ਹੈਗੀ ਹੈ, 295 ਲਾ ਦਿੱਤੀ। 452 ਲਾਤੀ ਟ੍ਰੈਸ ਪਾਸਿੰਗ ਦੀ, ਇਹਨਾਂ ਦਾ ਆਪਣਾ ਘਰ ਇਹਨਾਂ ਦੇ ਨਾਂ ਤੇ ਰਜਿਸਟਰੀ ਸੀਗੀ, 452 ਲਾ ਦਿੱਤੀ। 120 ਵੀ ਕਨਸਪੀਰੇਸੀ ਲਾ ਦਿੱਤੀ। ਉਹਦੇ ਨਾਲ 454 ਬੀ ਲਾ ਦਿੱਤੀ ਮੋਲੈਸਟੇਸ਼ਨ ਦੀ। ਹਾਲਾਂਕਿ ਮਾਰ ਕੁਟਾਈ ਕੁੜੀ ਦੇ ਨਾਲ ਹੋਈ, ਜਿਸ ਕਰਕੇ ਮੇਰੀ ਮਦਰ ਵਿੱਚ ਆਏ ਤੇ ਉਹ ਲਾ ਦਿੱਤੀ 148 49। ਉਹ ਸਾਰੀ ਇਨਵੈਸਟੀਗੇਸ਼ਨ ਨੇ ਸਾਡੇ ਉੱਤੋਂ ਹੁਣ ਨਾਨ ਅਵੇਲੇਬਲ ਜਿੰਨੀਆਂ ਵੱਡੀਆਂ ਧਾਰਾ ਸੀਗੀਆਂ ਉਹ ਸਾਰੀਆਂ ਹਟਾ ਦਿੱਤੀਆਂ ਬਿਊਰੋ ਆਫ ਇਨਵੈਸਟੀਗੇਸ਼ਨ ਨੇ, ਪੰਜਾਬ ਦੀ ਸਭ ਤੋਂ ਵੱਡੀ ਇਨਵੈਸਟੀਗੇਸ਼ਨ। ਉਸ ਤੋਂ ਬਾਅਦ ਵੀ ਇਸ ਬੰਦੇ ਨੇ ਫਿਰ ਕੰਪਲੇਂਟ ਦਿੱਤੀ ਕਿ ਮੈਨੂੰ ਇਸ ਇਨਵੈਸਟੀਗੇਸ਼ਨ ਤੇ ਕੋਈ ਭਰੋਸਾ ਨਹੀਂ। ਉਸ ਤੋਂ ਬਾਅਦ ਅੰਮ੍ਰਿਤਸਰ ਦੇ ਸੀਪੀ ਜੋ ਆਇਆ ਹੈ, ਅਸੀਂ ਉਹਨਾਂ ਅੱਗੇ ਪੇਸ਼ ਹੋਏ ਕਿ ਇਹ ਸਾਡੀ ਇਨਕੁਆਇਰੀ ਹੋ ਕੇ ਆਈ ਹੈ। ਉਹਨਾਂ ਨੇ ਇੱਥੇ ਇੱਕ ਹੋਰ ਐਸਆਈਟੀ ਬਣਾ ਦਿੱਤੀ, ਜਿਸ ਵਿੱਚ ਡੀਸੀਪੀ ਮੈਡਮ ਸਿਮਰਜੀਤ ਜੀ ਸੀਗੇ, ਡੀਸੀਪੀ ਹੈਡਕੁਆਟਰ 2 ਸੀਗੇ ਜਿਹੜੇ, ਇੱਕ ਏਸੀਪੀ ਸਾਹਿਬ ਖੋਸਾ ਜੀ ਔਰ ਸਿਵਲ ਲਾਈਨ ਐਸਐਚਓ। ਇਹ ਤਿੰਨ ਬੰਦਿਆਂ ਨੇ ਹੁਣ ਸਾਡੇ ਤੇ ਇਹ ਤਿੰਨ ਬੰਦਿਆਂ ਨੇ ਸਾਡੀ ਦੁਬਾਰਾ ਤੋਂ 3 ਇਨਕੁਆਇਰੀਆਂ ਲਾ ਕੇ ਦੁਬਾਰਾ ਤੋਂ ਇਨਕੁਆਇਰੀ ਕੀਤੀ, ਜਿਸ ਵਿੱਚ ਸਾਨੂੰ ਸਾਡੇ ਉੱਤੋਂ ਨਾਨ ਅਵੇਲੇਬਲ 7 ਧਾਰਾ ਲਾ ਕੇ ਸਿਰਫ 323 506 427 ਸਿਰਫ ਇਹ 3 ਧਾਰਾ ਰਹਿ ਗਈਆਂ, ਬਾਕੀ ਸਾਰੀਆਂ ਧਾਰਾ ਹਟਾ ਦਿੱਤੀਆਂ। ਔਰ ਪੁਲਿਸ ਉਸ ਪ੍ਰੈਸ਼ਰ ਦੇ ਵਿੱਚ ਇਹਦਾ ਮੁੰਡੇ ਦਾ ਪਰਚਾ ਖਾਰਿਜ ਕਰ ਦਿੱਤਾ ਸੀ। ਹੁਣ ਉਹਨਾਂ ਨੇ ਇਹਦਾ ਪਰਚਾ ਸਟੈਂਡ ਕਰਕੇ ਇਹਦੇ ਉੱਤੇ 323 325 ਗੁਰਕਰਨਦੀਪ ਸਿੰਘ ਤੇ ਸਾਰਾ ਪਰਚਾ ਲਾ ਦਿੱਤਾ। ਕ੍ਰਾਸ ਪਰਚਾ ਹੋਇਆ ਸੀਗਾ ਜਿਹੜੇ ਇੱਥੋਂ ਦੇ ਸਾਡੇ, ਜਿਨ੍ਹਾਂ ਨੇ ਸਭ ਤੋਂ ਪਹਿਲੇ ਅੰਮ੍ਰਿਤਸਰ ਦੀ ਇਨਕੁਆਇਰੀ ਕੀਤੀ ਸੀ, ਉਹਨੇ ਇਹਨੂੰ ਬਰੀ ਕਰ ਦਿੱਤਾ। ਹਾਲਾਂਕਿ ਝਗੜਾ ਜਿਹਾ ਮੇਰਾ ਫ੍ਰੈਕਚਰ ਹੋਇਆ ਸੀ ਅੰਗੂਠਾ, ਔਰ ਉਹਨੇ ਲਿਖ ਦਿੱਤਾ ਕਿ ਇਹ ਫਰੈਂਡਲੀ ਸੱਟਾਂ ਲਾਈਆਂ ਪ੍ਰੋਪਰ ਕਾਂਗਰਸ ਦੀ ਸਰਕਾਰ ਵੇਲੇ ਪ੍ਰੋਪਰ ਪ੍ਰੈਸ਼ਰ ਦੇ ਨਾਲ ਉਹ ਇਨਕੁਆਇਰੀ ਵੀ ਖਰਾਬ ਹੋਈ, ਸਾਡੇ ਤੇ ਪਰਚਾ ਵੀ ਦਰਜ ਹੋਇਆ। ਹੁਣ ਅਸੀਂ ਆਪਣੇ ਸੀਪੀ ਸਾਹਿਬ ਨੂੰ ਮਿਲ ਕੇ ਦੁਬਾਰਾ ਜਦੋਂ ਸਾਡੀਆਂ 3 ਇਨਕੁਆਇਰੀਆਂ ਹੋਈਆਂ, ਉਸ ਇਨਕੁਆਇਰੀ ਦੇ ਵਿੱਚ ਇਹਦੇ ਤੇ ਪਰਚਾ ਸਟੈਂਡ ਕਰਕੇ ਇਹਦੇ ਤੇ ਇੱਕ ਧਾਰਾ ਵਧਾ ਕੇ ਔਰ ਸਾਡੇ ਤੋਂ ਸਾਰੇ ਨਾਨ ਅਵੇਲੇਬਲ ਅਫੈਂਸ ਲਾ ਦਿੱਤੇ। ਪਿਛਲੇ 5 ਤੋਂ 7 ਦਿਨਾਂ ਦੇ ਵਿੱਚ ਅਸੀਂ ਬਾਹਰ ਗਏ ਸੀਗੇ, ਆਪਣੀ ਇੱਕ ਨਾਰਮਲ ਜੀ ਇੱਕ ਬੇਲ ਲਗਾ ਕੇ 354 ਇੱਕ ਸੈਕਸ਼ਨ ਦੀ ਨਾਰਮਲ ਬੇਲ ਸੀਗੀ। ਪੁਲਿਸ ਨੇ ਕਿਹਾ ਕਿ ਤੁਸੀਂ ਉਹ ਅਪਲਾਈ ਕਰ ਲਓ ਕਿ ਤੁਹਾਡੇ ਤੋਂ ਸਾਰੀਆਂ ਧਾਰਾ ਲਾ ਦਿੱਤੀਆਂ, ਇੱਕ ਧਾਰਾ ਦੀ ਤੁਹਾਡੀ ਬੇਲ ਨਹੀਂ ਹੋਈ। ਅਸੀਂ ਉਹ ਲਾ ਕੇ ਅਸੀਂ ਘੁੰਮਣ ਗਏ ਸੀ। ਪਿੱਛੋਂ ਅਸੀਂ ਇੱਥੇ ਨਹੀਂ ਸੀਗੇ, ਸਾਰਾ ਪਰਿਵਾਰ ਅਸੀਂ ਦੀਵਾਲੀ ਮਨਾਉਣ ਅਯੋਧਿਆ ਗਏ ਸੀ। ਇਹਨਾਂ ਨੇ ਪਿੱਛੋਂ ਸਾਡੇ WhatsApp ਗਰੁੱਪਾਂ 'ਚ ਹਰ ਜਗ੍ਹਾ ਤੇ ਅਫਵਾਹ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜੇਲ੍ਹ ਦੀਆਂ ਫੋਟੋਆਂ ਕਿ ਇਹ ਤਿਹਾੜ ਜੇਲ੍ਹ ਫੜੇ ਗਏ, ਇਹ ਫੜੇ ਗਏ, ਅਸੀਂ ਕੋਈ ਗੈਂਗਸਟਰ ਹਾਂ, ਅਸੀਂ ਕਿਹਦਾ ਕਤਲ ਕੀਤਾ। ਪੁਲਿਸ ਨੇ ਇਸ ਬੰਦੇ ਨੂੰ ਕੀ ਕਹਿੰਦੇ ਇਹਦੇ ਤੇ 7 ਧਾਰਾ ਲਾ ਕੇ, ਔਰ ਇਸ ਬੰਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਚਾਨਣ ਕਰਾਉਣਾ ਚਾਹੁੰਦਾ। ਇਸ ਬੰਦੇ ਤੇ 4 ਤੋਂ 5 ਕੇਸ ਆਲਰੇਡੀ ਚੱਲਦੇ ਆ। ਇਸ ਬਾਰੇ ਇਹਦੀ ਭੈਣ ਹੈ, ਇਹ ਤੁਹਾਨੂੰ ਅੱਛੀ ਤਰ੍ਹਾਂ ਦੱਸ ਸਕਦੇ। ਇਹਦੇ ਤੇ 4 ਕੇਸ ਚੱਲਦੇ ਆ। ਇੱਕ ਗੱਡੀਆਂ ਦਾ ਚੋਰੀ ਦਾ ਕੇਸ ਚੱਲਦਾ, ਇੱਕ ਗੱਡੀ ਦੇ 3 ਨੰਬਰ ਦੇ ਨਾਲ ਚਲਾਉਂਦਾ, ਤੇ ਇਹ ਸਾਰਾ ਕੁਝ ਤੁਹਾਨੂੰ ਇਹਦੀ ਮਤਲਬ ਸਿਸਟਰ ਦੱਸਣਗੇ। ਮੈਨੂੰ ਮੇਰੀ ਮਦਰ ਨੂੰ ਬੀਇੰਗ ਪੋਲੀਟੀਕਲ ਫਿਗਰ ਕਰਕੇ ਸਿਰਫ
ਸਾਨੂੰ ਇਸ ਚੀਜ਼ 'ਚ ਬਦਨਾਮ ਕੀਤਾ ਜਾ ਰਿਹਾ ਹੈ ਕਿ ਅਸੀਂ ਸ਼ਾਇਦ ਬਹੁਤ ਵੱਡੇ ਉਹ ਕ੍ਰਿਮੀਨਲ ਆ ਤੇ ਅਸੀਂ ਜੇਲ੍ਹ 'ਚ ਬੈਠੇ ਆ, ਅਸੀਂ ਇਹ ਕਰ ਰਹੇ ਇਹਦਾ ਹਾਂ। ਮਤਲਬ ਹੈ ਮੈਡਮ ਤੁਸੀਂ ਕੀ ਕਹਿਣਾ ਚਾਹੁੰਦੇ ਤੁਹਾਡੇ ਤੇ ਵੀ ਅਲੱਗ ਸਾਬਕਾ ਕਾਉਂਸਲਰ ਹੈਗੇ ਤੁਸੀਂ? ਮੈਂ ਤਾਂ ਤੁਹਾਨੂੰ ਪਹਿਲੇ ਤਾਂ ਸਾਰਿਆਂ ਨੂੰ ਨਮਸਤੇ, ਜੈ ਸ਼੍ਰੀ ਰਾਮ। ਮੈਂ ਇਹ ਤੁਹਾਡੇ ਅੱਜ ਮੀਡੀਆ ਦੇ ਭਾਈਆਂ ਦੇ ਮਾਧਿਅਮ ਤੋਂ ਦੱਸਣਾ ਚਾਹੁੰਦੀ ਹਾਂ ਕਿ ਜੋ ਵੀ ਐਲੀਗੇਸ਼ਨ ਸਾਡੇ ਤੇ ਲਗਾਏ ਜਾ ਰਹੇ ਨੇ, ਬਾਰ-ਬਾਰ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੇਰੀ ਵਿਰੋਧੀ ਧਿਰ ਜਿਹੜੀ ਕਿ ਇਹਨੂੰ ਨਾਲ ਮਿਲਾ ਕੇ ਇਹਦੇ ਆਪਣੇ WhatsApp ਗਰੁੱਪਸ ਦੇ ਵਿੱਚ ਇਹਨੂੰ ਪਾ ਕੇ ਮੇਰੀਆਂ ਸਾਡੀ ਜੇਲ੍ਹ ਦੀਆਂ ਫੋਟੋਆਂ ਲਗਾ ਕੇ ਕਿ ਇਹ ਜੇਲ੍ਹ 'ਚ ਨੇ, ਇਹ ਫਲਾਨ ਹੈ, ਇਸ ਤਰ੍ਹਾਂ ਨੇ, ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਇਲੈਕਸ਼ਨ ਸਿਰ 'ਤੇ ਨੇ। ਇਸ ਕਰਕੇ ਉਹ ਇਹਨੂੰ ਜ਼ਰੀਆ ਬਣਾ ਕੇ ਇਹ ਸਾਰਾ ਕੁਝ ਮੈਨੂੰ ਬਦਨਾਮ, ਮੈਨੂੰ ਡੀਫੇਮ ਕਰਨ ਵਾਸਤੇ ਇਹ ਕੰਮ ਕੀਤਾ ਜਾ ਰਿਹਾ। ਮੈਂ ਬੀਇੰਗ ਅ ਲੇਡੀ, ਬੀਇੰਗ ਅ ਇੱਕ ਲੀਡਰ, ਆਪਣੀ ਪਾਰਟੀ ਦੀ ਨੁਮਾਇੰਦਗੀ ਕਰ ਰਹੀ ਹਾਂ। ਮੈਂ ਇੱਕ ਸੇਵਾ ਦਾ, ਅਗਰ ਅਸੀਂ ਲੀਡਰ ਬੰਦੇ ਆ ਤਾਂ ਸਾਡਾ ਇੱਕ ਮਕਸਦ ਹੈ ਕਿ ਲੋਕਾਂ ਦੀ ਸੇਵਾ ਕਰਨੀ। ਅਸੀਂ ਇੱਕ ਉਹ ਸੇਵਾ ਦਾ ਮਾਧਿਅਮ ਲੈ ਕੇ ਮੈਂ ਅਗਰ ਇਹਨਾਂ ਦੀ ਦੋਨਾਂ ਮਾਂ ਬੇਟੀ ਦੀ, ਇੱਕ ਔਰਤ ਹੋ ਕੇ ਰੱਖਿਆ ਕੀਤੀ ਜਾਂ ਇਹਨਾਂ ਦੀ ਸਹਾਇਤਾ ਕੀਤੀ ਤੇ ਮੈਨੂੰ ਉਹਦੇ ਵਾਸਤੇ ਇਹ ਮਸ਼ਹੂਰੀ ਕੀਤੀ ਜਾ ਰਹੀ ਹੈ ਕਿ ਮੀਨੂ ਸਹਿਗਲ ਸ਼ਾਇਦ ਕੋਠੀ ਤੇ ਕਬਜ਼ਾ ਕਰ ਰਹੀ ਹੈ। ਮੀਨੂ ਸਹਿਗਲ ਦਾ ਵਿੱਚ ਕੀ ਲੈਣ ਦੇਣ ਹੈ ਜੀ? ਕੋਠੀ ਇਹਨਾਂ ਦੀ, ਰਜਿਸਟਰੀ ਇਹਨਾਂ ਦੇ ਨਾਮ, ਇਹਨਾਂ ਦੇ ਹਸਬੈਂਡ ਦੇ ਨਾਮ। ਦਾਦਾ ਜੀ ਇਹਨੂੰ ਫਾਰਗਤੀ ਦੇ ਗਏ ਪਿਛਲੇ 21 ਸਾਲ ਤੋਂ। 21 ਸਾਲ ਤੋਂ ਆਪਣੀ ਫਾਰਗਤੀ ਤੇ ਦਾਦਾ ਜੀ ਜਿੰਦੇ ਰਹੇ, ਰਿਵਾਈਵ ਨਹੀਂ ਕਰਾ ਸਕਿਆ। ਠੀਕ ਹੈ ਨਾ? ਤੇ ਮੈਨੂੰ ਜਾਣਬੁੱਝ ਕੇ ਤੂੰ ਬਦਨਾਮ ਕਰ ਰਹੇ ਆ ਕਿ ਮੈਂ ਇਹਨਾਂ ਦੀ ਹੈਲਪ ਕਰ ਰਹੀ ਹਾਂ। क्या मैं बीइंग अ लेडी एक लड़की ਦੀ ਹੈਲਪ ਨਹੀਂ ਕਰ ਸਕਦੀ? ਸਾਨੂੰ ਕੀ ਸਿਖਾਇਆ ਜਾਂਦਾ ਹੈ ਕਿ ਅਸੀਂ ਕਿਸੇ ਦੀ ਹੈਲਪ ਨਾ ਕਰੀਏ? ਮਤਲਬ ਬੇਵਜ੍ਹਾ ਤੋਂ ਮੈਨੂੰ ਪਰੇਸ਼ਾਨ ਕਰਨ ਲਈ। ਆਹ ਦੇਖੋ, ਮੈਂ ਤੁਹਾਨੂੰ ਦਿਖਾਣਾ ਚਾਹੁੰਦੀ ਹਾਂ। ਇਹ ਸਾਰੇ ਮੈਂ ਪੁਲਿਸ ਸਿਵਲ ਲਾਈਨ ਥਾਣੇ ਚੋਂ UID ਨੰਬਰਸ ਮਿਲੇ ਨੇ। ਇਹ 26 ਨੰਬਰ ਇਹ ਨੇ ਤੇ 5 ਇਹ ਨੇ। ਪਿਛਲੇ 1.5 ਸਾਲ ਤੋਂ ਮੇਰੇ ਖਿਲਾਫ 31 ਕੰਪਲੇਂਟਾਂ और कुछ RTI 'ਚ ਅਸੀਂ ਲੈ ਚੁੱਕੇ ਹਾਂ। 10 ਕੰਪਲੇਂਟਾਂ ਇਹ ਮੇਰੇ ਖਿਲਾਫ ਦੇ ਚੁੱਕਾ ਹੈ ਔਰ ਉਹ ਸਾਰੀਆਂ ਮੈਂ ਪੁਲਿਸ ਪ੍ਰਸ਼ਾਸਨ ਦਾ ਬਹੁਤ ਤੁਹਾਡੇ ਮਾਧਿਅਮ ਦੇ ਰਾਹੀਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਰੇ ਇਹ ਕੇਸ ਨੂੰ ਤਹਿਕੀਕਾਤ ਕਰਕੇ ਇਹਨੂੰ ਫਾਈਲ ਕੀਤਾ। ਮੇਰੇ ਗਨਮੈਨ ਬਾਰੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਵੀ ਇਹਨਾਂ ਨੇ, ਅਸੀਂ ਫਾਈਲ, ਪੁਲਿਸ ਨੇ ਮੇਰੀ ਪੂਰੀ ਜਾਂਚ ਕੀਤੀ। ਸਾਨੂੰ ਸਾਰਾ ਕੁਝ ਬੁਲਾ ਕੇ ਪੁੱਛਿਆ ਗਿਆ ਕਿ ਕੀ ਹੋਇਆ, ਕਿਸ ਤਰ੍ਹਾਂ। ਸੱਚ ਦਾ ਸੱਚ, ਪਾਣੀ ਦਾ ਪਾਣੀ ਬਾਹਰ ਆਇਆ। ਇਹ ਮੁੰਡਾ ਇੱਕ ਡਿਫਾਲਟਰ ਮੁੰਡਾ ਹੈ। ਇਹ ਹਰ ਟਾਈਮ ਇੱਕ ਝੂਠੀ ਕੰਪਲੇਂਟਾਂ ਬਣਾ ਕੇ, ਇਹਦਾ ਇੱਕ ਕੰਮ ਹੈ, ਇਹਦਾ ਇੱਕ ਮਾਮਾ ਹੈ, ਉਹ ਵਕੀਲ ਹੈ, ਉਹਦੇ ਕੋਲੋਂ ਰੋਜ਼ ਕੰਪਲੇਂਟ ਬਣਾਉਂਦਾ, ਇੱਕ ਕੰਪਲੇਂਟ ਪਾ ਦਿੰਦਾ, ਕਦੀ DGP ਸਰ ਕੋਲ, ਕਦੀ ADGP ਕੋਲ। ਇਲੈਕਸ਼ਨਾਂ ਦੇ ਦੌਰਾਨ ਇਹਨੇ, ਜਦੋਂ 20 ਦੇ ਵਿੱਚ ਇਲੈਕਸ਼ਨ ਹੋਏ ਨੇ, ਇਲੈਕਸ਼ਨਾਂ ਦੇ ਦੌਰਾਨ ਮੇਰੀ ਇਲੈਕਸ਼ਨ ਕਮਿਸ਼ਨਰ ਨੂੰ ਕੰਪਲੇਂਟਾਂ ਡਾਲ ਕੇ ਉਹ ਸਾਰੀਆਂ ਫਾਈਲ ਕੀਤੀਆਂ। ਮੈਂ ਪੁਲਿਸ ਦਾ ਤੁਹਾਡੇ ਮਾਧਿਅਮ ਦੇ ਅੱਜ ਸਾਡਾ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਸੀ ਕਿ ਪਿਛਲੇ ਹਫਤੇ ਤੋਂ 10 ਦਿਨਾਂ ਤੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਮੀਨੂ ਸਹਿਗਲ ਨੂੰ ਬਦਨਾਮ ਕਰਨ ਵਾਸਤੇ। ਕਿਉਂਕਿ ਇਹ ਮੀਨੂ ਸਹਿਗਲ ਲੋਕਾਂ ਦੀ ਹੈਲਪ ਨਾ ਕਰੀ ਜਾਏ। ਕਿਉਂ ਇੱਕ ਲੀਡਰ ਹੁੰਦਾ ਅਸੀਂ ਫਰਜ਼ ਨਾ ਅਦਾ ਕਰੀਏ? ਮੈਂ ਆਪਣੀ ਪਾਰਟੀ ਦਾ, ਆਪਣੀ BJP ਦੀ ਪਾਰਟੀ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਮੇਰਾ ਸਾਥ ਦਿੱਤਾ। ਮੇਰੇ ਮੁਸ਼ਕਿਲ ਟਾਈਮ ਤੇ ਆ ਕੇ ਉਹ ਸਾਰੇ ਮੇਰੇ ਨਾਲ ਖੜੇ ਹੋਏ, ਉਹਨਾਂ ਨੇ ਮੈਨੂੰ ਸਮਝਿਆ। 16 ਮਹੀਨੇ ਦੇ ਵਿੱਚ ਤੁਹਾਡੇ 31 ਕੰਪਲੇਂਟਾਂ ਹੋਈਆਂ। ਇਹ ਰਾਜਨੀਤਿਕ ਏਜੰਡਾ ਹੈ ਜਾਂ ਪਰਸਨਲ ਖੁੰਦਕ ਕੱਢੀ ਜਾ ਰਹੀ ਹੈ? ਇਹ ਪਰਸਨਲ ਖੁੰਦਕ ਹੈ। ਇੱਕ ਮੇਰਾ ਜਿਹੜਾ ਓਪੋਨੈਂਟ ਹੈ ਜਿਹਨੇ ਮੈਨੂੰ ਹਰਾਇਆ, ਉਹ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਇਸ ਲੜਕੇ ਨੂੰ ਸ਼ੈ ਦੇ ਕੇ ਕੰਮ ਕਰਾ ਰਿਹਾ। ਉਹਨੇ ਆਪਣੇ WhatsApp ਗਰੁੱਪਸ ਦੇ ਵਿੱਚ ਵੀ ਇਹਨੂੰ ਆਪਣੇ ਨਾਲ ਮੈਂਬਰ ਬਣਾਇਆ। ਮੇਰੇ ਕੋਲ ਉਹਦੀ ਸਾਰੀ ਡਿਟੇਲਸ ਵੀ ਨੇ, ਅਗਰ ਤੁਸੀਂ ਚਾਹੋਗੇ ਮੈਂ ਤੁਹਾਨੂੰ ਡਿਟੇਲ ਵੀ ਦੇ ਸਕਦੀ, ਕਿਉਂਕਿ ਵੈਲਵਿਸ਼ਰ ਸਭ ਜਗ੍ਹਾ ਹੀ ਹੁੰਦੇ ਨੇ। WhatsApp ਗਰੁੱਪਸ ਦੇ ਵਿੱਚ ਜਿਹੜੇ ਮੇਰੇ ਵੈਲਵਿਸ਼ਰਸ ਨੇ ਉਹ ਮੈਨੂੰ ਮੈਸੇਜ ਕਰਕੇ ਪੁੱਛ ਰਹੇ, ਮੈਡਮ ਜੀ ਸੰਜੀਵ ਟਾਂਗਰੀ ਨੇ ਇਸ ਮੁੰਡੇ ਨੂੰ ਆਪਣੇ ਗਰੁੱਪਾਂ ਦੇ ਵਿੱਚ ਪਾਇਆ, ਕਿ ਇਹ ਕੀ ਸੱਚ ਹੈ? ਤੁਸੀਂ ਕਿੱਥੇ ਹੋ? ਉਹ ਮੈਨੂੰ ਪੁੱਛ ਰਹੇ ਕਿ ਤੁਸੀਂ ਜੇਲ੍ਹ 'ਚ ਹੋ। ਮੈਂ ਕਿਹਾ ਮੈਂ ਜੇਲ੍ਹ 'ਚ ਕਿਉਂ ਹੋਵਾਂਗੀ? ਕਿ ਮੈਂ ਕੋਈ ਕਤਲ ਤੇ ਕਿਸੇ ਦਾ ਕੀਤਾ ਨਹੀਂ ਕਿ ਜੇ ਮੈਂ ਜੇਲ੍ਹ 'ਚ ਹੋਵਾਂਗੀ। ਮੈਂ ਤੇ ਅਯੋਧਿਆ ਬੈਠੀ ਹਾਂ, ਮੈਨੂੰ ਪ੍ਰਭੂ ਸ਼੍ਰੀ ਰਾਮ ਨੇ ਬੁਲਾਇਆ। ਬਦਕਿਸਮਤ ਤੇ ਇਹ ਲੋਕ ਨੇ ਜਿਹੜੇ ਮੈਨੂੰ ਬਦਨਾਮ ਕਰ ਰਹੇ। ਮੈਂ ਤੇ ਕਿਸਮਤ ਵਾਲੀ ਹਾਂ ਕਿ ਮੈਨੂੰ ਪ੍ਰਭੂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਮੈਂ ਤੇ ਆਪਣਾ ਉੱਥੇ ਇਹੀ ਕਿਹਾ ਕਿ ਭਗਵਾਨ ਸਭ ਦਾ ਭਲਾ ਕਰੇ, ਇਸ ਮੁੰਡੇ ਨੂੰ ਵੀ ਸਦਬੁੱਧੀ ਦੇਣ। ਦੇਖੋ, ਮੈਂ ਇਹਨੂੰ ਪ੍ਰਾਪਰਟੀ 'ਚ ਕੋਈ ਹਿੱਸਾ ਨਹੀਂ ਦੇਣਾ। ਪ੍ਰਾਪਰਟੀ 'ਚ ਹਿੱਸਾ ਦੇਣਾ ਉਹਦੇ ਚਾਚੇ ਨੇ, ਉਹਦੀ ਚਾਚੀ ਨੇ। ਮੈਂ ਤੇ ਕੁਝ ਨਹੀਂ ਆ। ਮੈਂ ਸਿਰਫ ਇੱਕ ਲੇਡੀ ਦੀ, ਇੱਕ ਬੇਟੀ ਦੀ ਮਦਦ ਕਰ ਰਹੀ ਹਾਂ। ਪ੍ਰੈਸ ਕਾਨਫਰੰਸ ਜਿੱਥੋਂ ਤੱਕ ਹੈਗੀ, ਤੁਸੀਂ ਕਹਿੰਦੇ ਪੁਲਿਸ ਵੀ ਸਾਡੀ ਮਦਦ ਕਰ ਰਹੀ ਹੈ, ਤੁਹਾਡੀ ਪਾਰਟੀ ਵੀ ਮਦਦ ਕਰ ਰਹੀ ਹੈ, ਤੁਹਾਡੇ ਖਿਲਾਫ ਜਿਹੜੇ ਕੇਸ ਹੈਗੇ ਉਹ ਵੀ ਰਿਮੂਵ ਹੋ ਰਹੇ ਆ, ਜੋ ਵੀ ਹੋ ਰਿਹਾ ਉਹਦੇ ਖਿਲਾਫ। ਫਿਰ ਪ੍ਰੈਸ ਕਾਨਫਰੰਸ ਕਾਹਦੇ ਲਈ ਹੈ ਤੁਹਾਡੀ? ਪ੍ਰੈਸ ਕਾਨਫਰੰਸ ਇਹੀ ਦੱਸਣ ਵਾਸਤੇ ਅਸੀਂ ਥੈਂਕਸ ਕਰ ਰਹੇ ਹਾਂ ਪੁਲਿਸ ਪ੍ਰਸ਼ਾਸਨ ਦਾ, ਜਿਨ੍ਹਾਂ ਨੇ ਸੱਚ ਦਾ ਸੱਚ, ਪਾਣੀ ਦਾ ਪਾਣੀ ਬਾਹਰ ਕੱਢ ਕੇ ਦੱਸਿਆ ਕਿ ਵੀ ਵਾਕਈ ਇਹ ਝੂਠੀ ਕੰਪਲੇਂਟਾਂ ਕਰਦੇ ਆ। ਨਾਲੇ ਦੂਸਰੀ ਗੱਲ ਇਹ ਹੈ ਕਿ ਅਸੀਂ ਕਲੈਰਿਟੀ ਆਫ ਥਿੰਗਸ ਕਰਨਾ ਚਾਹੁੰਦੇ ਹਾਂ। ਸਾਡੇ ਖਿਲਾਫ ਬਹੁਤ ਕੁਝ ਗਲਤ ਬੋਲਿਆ ਜਾ ਰਿਹਾ ਹੈ, ਬਹੁਤ ਕੁਝ ਗਲਤ ਜਿਹੜਾ ਹੈ ਪ੍ਰੈਜ਼ੈਂਟ ਕੀਤਾ ਜਾ ਰਿਹਾ, ਸਾਰਿਆਂ ਨੂੰ ਗਲਤ ਗਾਈਡ ਕੀਤਾ ਜਾ ਰਿਹਾ। ਇੱਕ ਆਪਾਂ ਹਮੇਸ਼ਾ ਤੋਂ ਸੁਣਦੇ ਆਉਂਦੇ ਹਾਂ, ਖੂਬ ਲੜੀ ਮਰਦਾਨੀ ਉਹ ਤਾਂ ਝਾਂਸੀ ਵਾਲੀ ਰਾਣੀ ਸੀ। ਇਹ ਚੀਜ਼ ਮੈਂ ਪਰਸਨਲੀ ਮੀਨੂ ਸਹਿਗਲ ਆਂਟੀ ਲਈ ਯੂਜ਼ ਕਰਨਾ ਚਾਹੁੰਦੀ ਹਾਂ। ਕਿਉਂਕਿ
ਅੱਜ ਦੀ ਤਰੀਕ ਵਿੱਚ ਕਾਉਂਸਲਰ ਬੰਨਣਾ ਤੇ ਆਪਣੀ ਸੀਟ ਨੂੰ ਸਾਂਭਣਾ ਇੱਕ ਸੌਖਾ ਕੰਮ ਹੈ। ਸਾਰਿਆਂ ਨੂੰ ਇੱਕ ਫੋਕੀ ਉਹ ਦੇਣਾ, ਹਿਊਮੈਨਿਟੀ ਲਈ ਫੋਕੇ ਉਹਨੂੰ ਦਿਲਾਸੇ ਦੇਣਾ ਬਹੁਤ ਸੌਖਾ ਕੰਮ ਹੈ, ਲੇਕਿਨ ਕਿਸੇ ਦੇ ਨਾਲ ਖੜੇ ਹੋਣਾ ਉਹ ਬਹੁਤ ਡਿਫਿਕਲਟ ਕੰਮ ਹੈ। ਮੈਂ ਆਪਣੇ 2 ਸਾਲ ਦੀ ਲੜਾਈ ਲੜੀ ਜਾ ਰਹੀ ਹੈ ਇੱਕ ਤਰੀਕੇ ਨਾਲ। ਜਿਹਨੂੰ ਕੁਝ ਨਹੀਂ ਮਿਲਿਆ ਉਹ ਸਾਨੂੰ ਅਟੈਕ ਕਰ ਰਿਹਾ ਬਾਰ-ਬਾਰ। ਔਰ ਸਾਡੇ ਨਾਲ ਮਾੜੇ ਟਾਈਮ 'ਚ ਜਦੋਂ ਮੈਂ ਆਪ ਨੂੰ ਪਰਸਨਲੀ ਦੱਸਣਾ ਚਾਹੁੰਦੀ ਹਾਂ, ਗੁਰਕਰਨਦੀਪ ਸਿੰਘ ਜੋ ਮੇਰੇ ਤਾਇਆ ਜੀ ਦਾ ਬੇਟਾ, ਜਿਹਨੂੰ ਮੈਂ ਭਰਾ ਕਹਿਣਾ ਵੀ ਨਹੀਂ ਚਾਹੁੰਦੀ ਆਪਣਾ, ਉਹ ਇਨਸਾਨ ਨੇ ਮੇਰੇ ਤੇ ਪਰਸਨਲੀ ਕਚਹਿਰੀ ਦੇ ਵਿੱਚ ਅਟੈਕ ਕੀਤਾ ਔਰ ਮੈਨੂੰ ਇੰਨੀਆਂ ਕੁ ਜ਼ਿਆਦਾ ਸੱਟਾਂ ਮਾਰੀਆਂ ਜਿਹਦੀ MLR ਰਿਪੋਰਟ ਹੈ ਸਾਡੇ ਕੋਲ। ਔਰ ਉਸ ਟਾਈਮ ਤੇ ਜੇ ਮੇਰੇ ਨਾਲ ਮੀਨੂ ਸਹਿਗਲ ਆਂਟੀ ਇੱਕ ਸ਼ੀਲਡ ਬਣ ਕੇ ਨਾ ਖੜੀ ਹੁੰਦੀ, ਉਹਨੇ ਅੱਜ ਸਾਡੇ ਘਰ ਤੇ ਕਬਜ਼ਾ ਕਰਕੇ ਸਾਨੂੰ ਹੀ ਬਾਹਰ ਕੱਢ ਦੇਣਾ ਸੀ। ਜੇ ਨਾ ਹੁੰਦੇ ਤਾਂ ਸਾਡੇ ਘਰ ਤੇ ਤਾਂ ਕਬਜ਼ੇ ਹੋ ਗਏ ਸੀ। ਕਾਂਗਰਸ ਦੀ ਸਰਕਾਰ ਵਿੱਚ ਇਹ ਚੀਜ਼ਾਂ ਮਸ਼ਹੂਰ ਸੀ, ਮੈਂ ਸੁਣੀਆਂ ਸੀ, ਲੇਕਿਨ ਮੈਂ ਆਖਰੀ 2 ਸਾਲਾਂ 'ਚ ਇਹ ਚੀਜ਼ ਦੇਖ ਲਈ ਹੈ। ਇਸ ਟਾਈਮ ਤੇ ਪੁਲਿਸ ਨੇ ਸਾਨੂੰ ਰਿਲੀਫ ਦਿੱਤਾ। ਉਸ ਰਿਲੀਫ ਕਰਕੇ ਅਸੀਂ ਪੁਲਿਸ ਨੂੰ ਥੈਂਕ ਯੂ ਕਹਿਣਾ ਚਾਹੁੰਦੇ ਹਾਂ ਔਰ ਥੈਂਕ ਯੂ ਉਹਨਾਂ ਨੂੰ ਇਸ ਗੱਲ ਦੀ ਕਹਿਣਾ ਚਾਹੁੰਦੇ ਹਾਂ ਕਿ ਉਹਨਾਂ ਨੇ ਸਾਡੇ ਉੱਤੇ ਨਾਨ ਬੇਲੇਬਲ ਆਫੈਂਸਿਸ ਜਿਹੜੇ ਸੀਗੇ ਉਹ ਲਾਏ ਤੇ ਸਾਨੂੰ ਰਿਲੀਫ ਦਿੱਤਾ। ਸਾਨੂੰ ਉਹਨਾਂ ਨੇ ਪੂਰੀ CCTV ਫੁਟੇਜ ਜਿਹੜੀ ਆ ਉਹ ਦੇਖੀ, ਸਮਝੀ ਔਰ ਉਹਦੇ ਵਿੱਚ ਇੱਕ ਕਲੈਰਿਟੀ ਹੋਈ ਕਿ ਜੇ ਇਹ ਲੜਨ ਦੀ ਮਨਸ਼ਾ ਨਾਲ ਆਏ ਹੁੰਦੇ ਤੇ ਇਹ ਆਰਮਡ ਲੈ ਕੇ ਆਉਂਦੇ, ਜੋ ਐਲੀਗੇਸ਼ਨ ਗੁਰਕਰਨ ਨੇ ਲਗਾਇਆ। ਬਟ ਇਹ ਜਿਹੜੇ ਸੀ ਇਹ ਅਨਆਰਮਡ ਆਏ ਸੀ, ਇਹਨਾਂ ਕੋਲ ਕੋਈ ਹਥਿਆਰ ਨਹੀਂ ਸੀ, ਕੁਝ ਨਹੀਂ ਸੀਗਾ। ਜਦ ਕਿ ਗੁਰਕਰਨਦੀਪ ਸਿੰਘ ਜਦੋਂ ਸਾਡੇ ਨਾਲ ਹੀ ਐਂਟਰ ਕੀਤਾ ਸੀ, ਗੈਸਟ ਨਾਲ ਗੁਰਕਰਨਦੀਪ ਸਿੰਘ ਐਂਟਰ ਕੀਤਾ ਸੀ, ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਉੱਪਰਲੇ ਫਲੋਰ ਤੇ ਚਲਾ ਗਿਆ ਸੀ ਤੇ ਅਸੀਂ ਥੱਲੇ ਬੈਠੇ ਸੀ ਸਾਡੇ ਪਰਸਨਲ ਡਰਾਇੰਗ ਰੂਮ 'ਚ, ਜਿਹਨੂੰ ਅਸੀਂ ਲੋਕ ਲਗਾ ਕੇ ਰੱਖਦੇ ਹਾਂ, ਦੈਟ ਇਜ਼ ਜਿਹਦੇ 'ਚ ਸਾਡਾ ਕਬਜ਼ਾ ਸੀ। ਇਹ ਉੱਪਰੋਂ ਜਦੋਂ ਆਇਆ ਹੈ ਉਹ ਵੀਡੀਓ 'ਚ ਸਾਫ਼ ਦਿਖ ਰਿਹਾ ਹੈ ਹਾਕੀ ਲੈ ਕੇ ਆਇਆ। ਇੰਨੇ ਜੇ ਲੜਨ ਦੀ ਮਨਸ਼ਾ ਨਾਲ ਨਹੀਂ ਆਇਆ ਸੀ, ਹਾਕੀ ਲੈ ਕੇ ਕਿਉਂ ਆਇਆ? ਜਦੋਂ ਤੁਸੀਂ ਕਿਸੇ ਦੇ ਘਰ ਆ ਕੇ ਉਹਨੂੰ ਗੰਦੀਆਂ ਗਾਲਾਂ ਕੱਢੋਗੇ, ਉਹਨਾਂ ਨਾਲ ਬਦਸਲੂਕੀ ਕਰੋਗੇ ਔਰ ਸਮਝਾਉਣ ਦੇ ਬਾਵਜੂਦ ਕਰੋਗੇ, ਫਿਰ ਵੀ ਇੱਕ ਲੇਡੀ ਸਾਡੇ ਨਾਲ ਖੜੀ ਹੋ ਕੇ ਸਾਨੂੰ ਡਿਫੈਂਡ ਕਰ ਰਹੀ ਹੈ, ਸਾਡੇ ਲਈ ਉਹ ਸਟੈਂਡ ਲੈ ਰਹੀ ਹੈ। ਇਹ ਝਾਂਸੀ ਦੀ ਰਾਣੀ ਨਾ ਹੋਈ ਤਾਂ ਕੀ ਹੋਇਆ? ਹੁਣ ਤੁਹਾਡੀ ਕੋਈ ਮੰਗ ਹੈਗੀ ਹੈ? ਸਰ, ਲੋਕੀ ਜਗ ਬੀਤੀ ਸੁਣਾਉਂਦੇ, ਮੈਂ ਹੱਡ ਬੀਤੀ ਸੁਣਾਉਂਦੀ ਹਾਂ ਤੁਹਾਨੂੰ ਕਿ ਜੇ ਅੱਜ ਇਹ ਲੇਡੀ ਨਾ ਹੁੰਦੀ। ਪਰਚਾ ਸੀਗਾ ਉਹ ਖਾਰਜ ਕਰਦਾ ਪੁਲਿਸ ਨੇ? ਹਾਂਜੀ। ਜਿਹੜਾ ਮੈਡਮ ਦੇ ਜਿਹੜੇ ਨਹੀਂ, ਉਹ ਖਾਰਿਜ ਨਹੀਂ ਹੋਇਆ। ਜਿਹੜਾ ਮੇਰੇ ਤੇ ਪਰਸਨਲ ਪਰਚਾ ਸੀਗਾ ਉਹ ਪਰਚਾ 2 ਕੋਰਟ ਚੱਲਦਾ ਪਿਆ, ਉਹ ਕੋਰਟ ਦੇ ਵਿੱਚ ਟ੍ਰਾਇਲ ਤੇ ਹੈਗਾ। ਹੋਪਫੁਲੀ ਉਹਦੇ 'ਚ ਵੀ ਸੱਚ ਤਾਂ ਬਾਹਰ ਆਣਾ ਹੀ ਹੈ। ਤੁਸੀਂ ਕਹਿੰਦੇ ਪੁਲਿਸ ਦੀ ਨਹੀਂ, ਕਰਨਾ ਸੀ। ਇਹ ਵਾਲਾ ਜਿਹੜਾ ਪਰਚਾ ਜਿਹੜਾ ਇਹ 3 ਦੂਸਰਾ ਸਤੰਬਰ ਪਰਚਾ। 2021 ਚ ਹੋਇਆ, ਅਸੀਂ ਦੇਵਾਂਗੇ ਕੰਪਲੇਂਟ ਦੇਵਾਂਗੇ ਹਾਂ। ਡੈਫਾਮੇਸ਼ਨ ਵੀ ਪਾਵਾਂਗੀ ਮੈਂ ਕਿ ਮੇਰੇ ਖਿਲਾਫ ਇਸ ਤਰ੍ਹਾਂ ਉਹ ਸਾਜ਼ਿਸ਼ਾਂ ਬਣਾ ਕੇ ਜੇਲ੍ਹ ਦੀਆਂ ਫੋਟੋਆਂ ਬਣਾ ਕੇ ਔਰ ਅਰੈਸਟ ਕਰੋ, ਇਹਨਾਂ ਨੂੰ ਅਰੈਸਟ ਕਰੋ। ਤੇਰੇ ਕੋਲ ਕੀ ਹੱਕ ਹੈ ਕਿ ਤੂੰ ਕਿਸੇ ਨੂੰ ਕਹਿ ਰਿਹਾ ਕਿ ਵੀ ਇਹਨਾਂ ਨੂੰ ਅਰੈਸਟ ਕਰੋ? ਫੋਟੋ ਤੁਹਾਨੂੰ ਦਿਖਾ ਦੇ ਫੋਟੋ। ਸਰ, ਲੋਕੀ ਜਗ ਬੀਤੀ ਦੱਸਦੇ, ਮੈਂ ਹੱਡ ਬੀਤੀ ਦੱਸਾਂ। ਜੇਕਰ ਅੱਜ ਇਹ ਲੇਡੀ ਨਾ ਹੁੰਦੀ ਤੇ ਅਸੀਂ ਸੜਕ ਤੇ ਹੋਣਾ ਸੀ। ਹਾਲਾਂਕਿ ਸਾਡੇ ਪਰਸਨਲੀ ਇਹਨਾਂ ਨੇ ਸਾਡੀ ਇੰਨੀ ਹੈਲਪ ਕੀਤੀ, ਉਸ ਲੜਕੇ ਨਾਲ ਜਾ ਕੇ ਸਿਟਿੰਗਸ ਕੀਤੀ ਅੱਜ ਕਿ ਦੀ ਹਾਂ ਵੀ ਅੱਜ ਤਰੀਕ ਰਾਜੀਨਾਮਾ ਕਰ ਲੈ। ਅੱਜ ਦੀ ਤਰੀਕ ਵਿੱਚ ਕੌਣ 1.5 ਮਹੀਨਾ ਆਪਣੇ ਘਰ ਰੱਖਦਾ ਹੈ ਕਿ ਨਹੀਂ ਤੁਸੀਂ ਮੇਰੇ ਘਰ ਰਹੋ, ਤੁਸੀਂ ਸੇਫ ਹੋ, ਤੁਸੀਂ ਇੱਥੇ ਸੇਫ ਹੋ। ਮੈਨੂੰ ਸਕੂਲ ਛੋੜਨ ਜਾਣਾ, ਲੈਣ ਜਾਣਾ, ਹਰ ਚੀਜ਼ ਕਰਨੀ। ਇਸ ਤੋਂ ਵੱਧ ਹੋਰ ਅਗਲਾ ਕੀ ਕਰੇ? ਮੈਡਮ ਕੋਈ ਪੁਲਿਸ ਤੋਂ ਮੰਗ ਹੈਗੀ? ਮੰਗ ਸਾਡੀ, ਮੈਂ ਤੁਹਾਨੂੰ ਦੱਸਦਾ, ਸਾਡੀ ਸਾਰੇ ਆਪਣੇ ਸ਼ਹਿਰ ਦੇ MLAਆਂ ਤੋਂ, ਮੰਤਰੀਆਂ ਤੋਂ ਔਰ ਪੁਲਿਸ ਤੋਂ ਮੰਗ ਹੈਗੀ ਹੈ। ਹੁਣ ਜਿੱਦਾਂ ਸਾਡੀ ਇਨਕੁਆਇਰੀ ਹੋਈ ਹੈ, ਇਸ ਦੇ ਵਿੱਚ ਜਿਹੜੇ ਸਾਡੇ ਗਵਾਹ ਵੀ ਹੈ, ਇਹ ਬੰਦਾ ਉਹ ਗਵਾਹਾਂ ਨੂੰ ਜਾ ਕੇ ਧਮਕਾ ਰਿਹਾ ਕਿ ਤੁਸੀਂ ਇਹਨਾਂ ਦੇ ਹੱਕ 'ਚ ਗਵਾਹੀ ਕਿਉਂ ਦਿੱਤੀ। ਇਸ ਬੰਦੇ ਦੇ ਹੱਕ ਦੇ ਵਿੱਚ ਮਹੱਲੇ 'ਚੋਂ ਲੈ ਕੇ ਪੂਰੇ ਸ਼ਹਿਰ 'ਚ ਕੋਈ ਇੱਕ ਗਵਾਹ ਨਹੀਂ ਆਇਆ ਸੀ। ਇਸ ਕਰਕੇ ਇਹਦੇ ਪਰਚਾ ਬਿਲਕੁਲ ਦਾ ਬਿਲਕੁਲ ਸਟੈਂਡ ਹੈ। ਸਾਡੇ ਗਵਾਹਾਂ ਨੂੰ ਧਮਕਾਇਆ ਜਾ ਰਿਹਾ। ਸਾਨੂੰ ਇਹ ਰੋਜ਼ ਜਦੋਂ ਮਾਵਾਂ ਧੀਆਂ ਦੋਨੋਂ ਅੰਦਰ ਜਾਂਦੀਆਂ, ਇਹਨਾਂ ਨੂੰ ਰੋਜ਼ ਕਹਿੰਦਾ ਕਿ ਤੁਹਾਨੂੰ ਮੈਂ ਦੇਖ ਲਾਂਗਾ, ਤੁਹਾਨੂੰ ਮੈਂ ਮਰਵਾ ਦਿਆਂਗਾ, ਗੱਡੀ ਥੱਲੇ ਦੇ ਦਿਆਂਗਾ। ਔਰ ਸਾਡੇ ਸਾਰੇ ਸ਼ਹਿਰ ਦੇ MLA, ਪੁਲਿਸ ਕਮਿਸ਼ਨਰ, ਸਾਰਿਆਂ ਨੂੰ ਅਸੀਂ ਇਹ ਦਰਖਾਸਤ ਕਰਦੇ ਹਾਂ, ਮਤਲਬ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਸ ਬੰਦੇ ਨੂੰ ਇੱਕ ਵਾਰੀ ਚੈੱਕ ਕੀਤਾ ਜਾਵੇ। ਇਸ ਬੰਦੇ ਦਾ ਕਾਰੋਬਾਰ, ਇਹ ਗੱਡੀਆਂ, ਚੋਰੀ ਦੀ ਗੱਡੀਆਂ ਦਾ ਕੰਮ ਕਰਦਾ। ਇਹ ਬੰਦਾ ਇੱਕ ਗੱਡੀ ਦੇ ਉੱਤੇ 3-3 ਨੰਬਰ ਪਲੇਟਾਂ ਲਾ ਕੇ ਚਲਾਉਂਦਾ ਹੈ। ਉਹਦੀ ਫੋਟੋ ਲਿਆਂਦੀ ਗੱਡੀ ਨਹੀਂ, ਉਹਦੀ DDR ਇਸ ਬੰਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹਨਾ। ਇਸ ਬੰਦੇ ਤੇ 4 ਤੋਂ 5 FIR ਆਲਰੇਡੀ ਲਾਂਚ ਹੈ। ਇੱਕ 336 ਦਾ ਮੁਕੱਦਮਾ ਪੁਲਿਸ ਨੇ ਇਹਦੇ ਤੇ ਦਰਜ ਕੀਤਾ ਜਦੋਂ ਕੀ ਕਹਿੰਦੇ ਆ ਮੋਦੀ ਜੀ ਔਰ ਟਰੂਡੋ ਕੈਨੇਡਾ ਦੇ ਪ੍ਰੈਜ਼ੀਡੈਂਟ ਅੰਮ੍ਰਿਤਸਰ ਆਏ ਸੀਗੇ ਗੁਰਪੁਰਬ ਤੇ 2019 ਚ ਕਿ 20 ਦੇ ਵਿੱਚ 19 ਦੇ ਵਿੱਚ ਇਸ ਬੰਦੇ ਨੇ ਉੱਪਰ ਹਵਾਈ ਫਾਇਰ ਕੀਤੇ ਇਸ ਕੁੜੀ ਨੂੰ ਦਿਖਾ ਕੇ ਕਿ ਤੈਨੂੰ ਇਦਾਂ ਗੋਲੀਆਂ ਮਾਰਾਂਗਾ। ਅਜੇ ਇਹ ਕੋਈ ਗੱਲ ਨਹੀਂ ਸੀ। ਇਹਨੂੰ SHO ਸ਼ਿਵ ਦਰਸ਼ਨ ਉਹਨਾਂ ਨੇ ਬਾਹ ਫੜ ਕੇ ਇਹਦੀ ਪਿਸਟਲ ਜ਼ਬਤ ਕਰਕੇ ਜਿਹਦੇ 336 ਦਾ ਮੁਕੱਦਮਾ ਲਾਤਾ। ਹਾਲਾਂਕਿ ਅਸੀਂ ਵਿੱਚ ਗਵਾਹ ਸੀਗੇ ਕਿ ਮੇਰੇ ਵੱਲ ਕੀ ਕਹਿੰਦੇ ਵਿਖਾ ਕੇ ਨੇ ਗੋਲੀਆਂ ਚਲਾਈਆਂ, ਪਰ ਇਹਦੇ ਤੇ ਇੱਕ 336 ਦਾ ਮੁਕੱਦਮਾ ਚੱਲਦਾ। ਇੱਕ ਇਹਦੀ ਗੱਡੀ ਇਹ ਸਰਕਟ ਸਿਵਲ ਲਾਈਨ ਸਦਰ ਥਾਣੇ ਗਿਆ ਸੀ। ਇਹਦੀ ਇੱਕੋ ਗੱਡੀ ਸੀਗੀ, ਕਿਹੜੀ ਗੱਡੀ, ਇਟਿਓਸ ਗੱਡੀ ਸੀ।
ਉਸ ਗੱਡੀ ਦੇ 3 ਨੰਬਰ ਲਾ ਕੇ ਦਿੰਦਾ। ਅਸੀਂ ਉਹਦੀ ਕੰਪਲੇਂਟ ਦਿੱਤੀ। ਉਸ ਟਾਈਮ ਦੇ ਜਿਹੜੇ ACP ਸੀਗੇ ਉਹਨਾਂ ਨੇ ਇਹਨੂੰ ਮੌਕੇ ਤੇ, ਸੰਜੀਵ ਮਲਿਕ ਜੀ DCP, ਉਹਨਾਂ ਨੇ ਇਹਨੂੰ ਮੌਕੇ ਤੇ ਫੜ ਲਿਆ। ਉਹਨਾਂ ਦੀ DDR ਕੱਟੀ ਗਈ। ਉਦੋਂ ਵੀ ਸਰਕਾਰ ਕਾਂਗਰਸ ਦੀ ਸੀ। ਜੋ ਇੱਕ ਪੂਰਵ ਵਿਧਾਇਕ ਔਰ ਉਹਨਾਂ ਦੇ ਭਰਾ ਇਹਨੂੰ ਉਸ ਟਾਈਮ ਵੀ ਬਚਾ ਕੇ ਲੈ ਕੇ DDR ਕੱਟੀ, ਇਹਦੇ ਤੇ FIR ਫੇਰ ਨਹੀਂ ਲਾਂਚ ਹੋਈ। ਇੱਕ ਬੰਦਾ ਹੈ ਗੋਰਖਨਾਥ ਸ਼ਰਮਾ, ਜਿਹੜਾ ਇੱਕ ਫੌਜੀ ਭਰਾ ਹੈ, ਉਹਦੀ ਕੰਪਲੇਂਟ ਹੈਗੀ ਚੱਲਦੀ ਪਈ ਹੈ। ਇਸ ਬੰਦੇ ਨੇ ਉਹਦੇ ਕੋਲ 5 ਲੱਖ ਰੁਪਇਆ ਲਿਆ ਬਾਸਕਿਨ ਰੌਬਿਨ ਦੀ ਏਜੰਸੀ ਦੀਵਾਨ ਦੇ ਨਾਮ ਤੇ। ਉਹ ਬੰਦੇ ਦੀ ਵੀ ਕੰਪਲੇਂਟ ਹੈ, ਉਹ ਵੀ ਸਾਰੇ ਪਾਸੇ ਰੋਂਦਾ ਫਿਰਦਾ ਪਿਆ। ਉਹਨੇ ਕੰਪਲੇਂਟ ਦਿੱਤੀ, ਸਟੇਟਮੈਂਟਾਂ ਦਿੱਤੀਆਂ, ਇਨ ਅਕਾਊਂਟ ਪੈਸੇ ਪਾਏ ਇਹਦੇ। ਮਤਲਬ ਬੇਸਿਕਲੀ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਇਹ ਬੰਦਾ ਬੇਸਿਕਲੀ ਬੈਂਕ ਦਾ ਲੋਕਾਂ ਦੇ ਨਾਲ ਡਿਫਾਲਟ ਕਰਦਾ ਹੈ। ਇਹਦੇ ਤੇ 4 ਮੁਕੱਦਮੇ ਚੱਲਦੇ ਪਏ ਆ ਆਲਰੇਡੀ। ਇੱਕ ਪਰਚਾ ਚੱਲਦਾ ਪਿਆ, 2 ਪਰਚੇ ਇਹਨਾਂ ਦੇ ਨਾਲ ਚੱਲਦੇ ਪਏ ਆ। ਔਰ ਜਿਹੜਾ ਬੰਦਾ ਸਾਨੂੰ ਡੀਫੇਮ ਕਰ ਰਿਹਾ ਬੇਸਿਕਲੀ ਇਹ ਬੰਦਾ ਡਿਫਾਲਟਰ ਬੰਦਾ ਹੈ ਔਰ ਇਹ ਬੰਦਾ ਸਹੀ ਨਹੀਂ ਹੈ। ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹਦੀ ਜਿਹੜੀ ਕਾਰਾਂ ਦੀ, ਇਹਦੀ ਗੱਡੀਆਂ, ਹੁਣ ਵੀ ਘਰ ਦੇ ਬਾਹਰ ਪੂਰਾ ਮਹੱਲਾ ਪਰੇਸ਼ਾਨ ਹੈ। 4 ਤੋਂ 5 ਗੱਡੀਆਂ ਇਹਦੀਆਂ ਲੱਗੀਆਂ ਹੋਈਆਂ, ਜਿਹਦੇ ਉੱਤੇ ਕੋਈ ਨੰਬਰ ਨਹੀਂ ਲੱਗਾ। ਇਹ ਆਪਣੀ ਮਰਜ਼ੀ ਕਰਦਾ, ਕੋਈ ਨੰਬਰ ਲਗਾ ਲੈਂਦਾ, AF ਲਗਾ ਲੈਂਦਾ, ਕੁਝ ਕਰਕੇ ਇਹ ਉਹ ਗੱਡੀਆਂ ਚਲਾਉਂਦਾ। ਮਤਲਬ ਇਹ RTO ਦਾ ਦਫ਼ਤਰ ਆਪਣੇ ਘਰੋਂ ਹੀ ਚਲਾ ਰਿਹਾ ਹੈ। ਔਰ ਅਸੀਂ ਇਸ ਬਾਰੇ ਬਹੁਤ ਜ਼ਿਆਦੀਆਂ ਕੰਪਲੇਂਟਾਂ ਦੇ ਚੁੱਕੇ ਹਾਂ, ਜਿਹੜੀਆਂ ਜੇ ਪ੍ਰੋਸੈਸ ਹੋ ਗਈਆਂ ਤਾਂ ਅਸੀਂ ਥੈਂਕਫੁਲ ਹੋਵਾਂਗੇ ਪ੍ਰਸ਼ਾਸਨ ਦੇ ਔਰ ਆਪਣੇ ਜਿਹੜੇ ਪੁਲਿਸ ਵਾਲੇ ਹੈਗੇ ਸਾਰੇ ਸਰ ਉਹਨਾਂ ਦੇ। ਲੇਕਿਨ ਮੈਂ ਇੱਕ ਗੱਲ ਜਿਹੜੀ ਕਹਿਣਾ ਚਾਹੁੰਦੀ ਹਾਂ ਕਿ ਜੇ ਅੱਜ ਦੀ ਤਰੀਕ ਵਿੱਚ ਕੋਈ ਸਾਡੇ ਨਾਲ ਖੜਾ ਹੈ, ਕੋਈ ਸਾਡੇ ਨਾਲ ਸਪੋਰਟ ਕਰ ਰਿਹਾ ਹੈ, ਉਹ ਜ਼ਰੂਰੀ ਨਹੀਂ ਹੈ ਗਲਤ ਹੋਵੇ। ਸੱਚ ਦਾ ਸਾਥ ਦੇਣ ਲਈ ਤਾਂ ਕੋਈ ਹੁੰਦਾ ਹੈ, ਝੂਠ ਦਾ ਸਾਥ ਦੇਣ ਲਈ ਕੋਈ ਨਹੀਂ ਹੁੰਦਾ।